Good morning students. Today we'll discuss about sales promotion. Sales promotion ਕੀ ਹੁੰਦਾ ਗਾ ਕਿਸੇ ਫਾਰਮਾਸਿਊਟੀਕਲ ਕੰਪਨੀ ਨੇ ਜਿਹੜੇ ਇਹਦੇ ਫਾਰਮਾਸਿਊਟੀਕਲ ਪ੍ਰੋਡਕਟਸ ਆ ਉਹਦੀ ਸੇਲਸ ਨੂੰ ਕਿੰਨਾ ਇਨਕਰੀਜ਼ ਕਰਨਾ ਬੇਸਿਕਲੀ। ਇਹ ਕੀ ਆ ਮੇਨ ਇੰਪੋਰਟੈਂਟ ਆ ਮਾਰਕੀਟਿੰਗ ਦਾ। ਫਸਟ ਬਿਫੋਰ ਡਿਸਕਸਿੰਗ ਅਬਾਊਟ ਦਾ ਹੋਲ ਲੈਕਚਰ ਆਪਾਂ ਇਹਦੀਆਂ ਬੇਸਿਕ ਚੀਜ਼ਾਂ ਨਾਲ ਡਿਸਕਸ ਕਰਾਂਗੇ। ਸੇਲਸ ਪ੍ਰਮੋਸ਼ਨ ਕੀ ਹੁੰਦਾ ਗਾ, ਤੁਸੀਂ ਦੇਖਿਆ ਹੋਊਗਾ ਮਾਰਕੀਟਿੰਗ ਦੀ ਜੋਬ ਆ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ ਉਹ ਬਹੁਤ ਜ਼ਿਆਦਾ ਫੇਮਸ ਆ। ਜਿਹੜੇ ਮਾਰਕੀਟਿੰਗ ਕੀ ਚੀਜ਼ ਹੁੰਦੀ ਹੈ, ਮਾਰਕੀਟਿੰਗ ਦੇ ਵਿੱਚ ਆ ਜਿਹੜੇ ਇੰਪਲੋਇਜ਼ ਆ ਉਹ ਰੱਖੇ ਜਾਂਦੇ ਆ ਅਤੇ ਉਹ ਕਿਆ ਵੇਰੀਅਸ ਫਿਜ਼ੀਸ਼ੀਅਨਸ ਕੋਲ ਚਲੇ ਗਏ ਜਾਂ ਰਿਟੇਲਰ ਸਟੋਰਸ ਕੋਲ ਚਲੇ ਗਏ ਜਾਂ ਹੋਲਸੇਲਰ ਮਾਰਕੀਟ ਦੇ ਕੋਲ ਚਲੇ ਗਏ। ਉਹਨਾਂ ਕੋਲ ਜਾ ਕੇ ਕੀ ਆ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਫਾਰਮਾਸਿਊਟੀਕਲ ਪ੍ਰੋਡਕਟਸ ਦੀ, ਜਾਂ ਕਿ ਉਹਨਾਂ ਨੂੰ ਵੇਰੀਅਸ ਆਫਰਸ ਪ੍ਰੋਵਾਈਡ ਕਰਦੇ ਆ ਕਿ ਜਿਵੇਂ ਸਪੋਜ਼ ਕਰੋ ਕਿ ਉਹਨਾਂ ਨੂੰ ਕੋਈ ਫਾਰਮਾਸਿਊਟੀਕਲ ਪ੍ਰੋਡਕਟ ਦਿੱਤਾ, ਕੋਈ ਗਿਫਟ ਦਿੱਤਾ ਐਕਸਟਰਾ, ਜਾਂ ਉਹਨਾਂ ਨੂੰ ਡਿਸਕਾਊਂਟ ਪ੍ਰੋਵਾਈਡ ਕਰਤਾ ਕਿ ਮੀਨਸ ਉਹਨਾਂ ਨੂੰ ਇਹ ਲੱਗੇ ਕਿ ਹਾਂ ਉਸ ਬੰਦੇ ਨੂੰ ਵੀ ਫਾਇਦਾ ਹੈ ਜਿਹੜਾ ਆਪਣਾ ਪ੍ਰੋਡਕਟ ਵੇਚੂਗਾ, ਅਤੇ ਜਿਹੜੀ ਮਾਰਕੀਟਿੰਗ ਕਰ ਰਹੀ ਆ ਉਹਨਾਂ ਦਾ ਵੀ ਪਰਸਨਲ ਬੈਨੀਫਿਟ ਹੋਊਗਾ। ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਮੇਨ ਬੈਨੀਫਿਟ ਕਿਹਦਾ ਅਟੈਚ ਹੋਊਗਾ, ਕੰਪਨੀ ਦਾ, ਜਿਹੜੀ ਨੇ ਕੀ ਆ ਇਹ ਸਾਰੇ ਜਿਹੜੇ ਮਾਰਕੀਟਿੰਗ ਲਈ ਪਰਸਨਸ ਆ ਜਿਹੜੇ ਉਹ ਪ੍ਰੋਵਾਈਡ ਕੀਤੇ ਨੇ। ਸੋ ਇਹਦੇ ਨਾਲ ਕੀ ਆ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਹੈ ਨਾ, ਕਿ ਜਿਵੇਂ ਸੇਲਸ ਇਨਕਰੀਜ਼ ਹੋਊਗੀ, ਪਰ ਇਹਦੀਆਂ ਲਿਮਿਟੇਸ਼ਨਸ ਵੀ ਕਾਮਨ ਸੈਂਸ ਆ ਕਿ ਹੋਣਗੀਆਂ। ਲਿਮਿਟੇਸ਼ਨਸ ਕੀ ਹੋਣਗੀਆਂ, ਜੇ ਆਪਾਂ ਮਾਰਕੀਟਿੰਗ ਦੇ ਉੱਤੇ ਜ਼ਿਆਦਾ ਮਨੀ ਖਰਚ ਕਰਦੇ ਹਾਂ ਤਾਂ ਆਪਾਂ ਨੂੰ ਇਹ ਪਤਾ ਨਹੀਂ ਹੈਗਾ ਕਿ ਆਪਣੀ ਸੇਲਸ ਆ ਜਾਂ ਬੈਨੀਫਿਟ ਆ ਉਹ ਕਿੰਨਾ ਹੋਊਗਾ, ਅਤੇ ਇਹਦੇ 'ਚ ਕੀ ਰਿਸਕ ਰੇਸ਼ੋ ਜ਼ਿਆਦਾ ਆ। ਅਤੇ ਇਹ ਵੀ ਹੁੰਦਾ ਹੈ ਕਿ ਜੇ ਆਪਾਂ ਸਪੋਜ਼ ਕਰੋ ਕਿ ਰਿਸਕ ਆਫ ਮਨੀ, ਜਿਵੇਂ ਹੁਣ ਸਪੋਜ਼ ਆ ਕਿ ਆਪਾਂ ਕਿਸੇ ਪਰਸਨ ਨੂੰ ਕਿਹਾ ਹੈ ਕਿ ਤੂੰ ਕਿਸੇ ਨੇ ਆਪਾਂ ਤੋਂ ਕ੍ਰੈਡਿਟ 'ਤੇ ਕੋਈ ਚੀਜ਼ ਲੈ ਲਈ, ਸਪੋਜ਼ ਉਸਨੇ ਆਪਾਂ ਤੋਂ 20,000 'ਤੇ ਆਪਾਂ ਕੋਈ ਚੀਜ਼ ਲਈ ਹੈ ਅਤੇ ਉਹ ਉਸ ਤੋਂ ਬਾਅਦ ਕੀ ਆ ਆਪਾਂ ਨੂੰ ਪੇ ਕਰ ਦੇਵੇ, ਅਤੇ ਨੈਕਸਟ ਟਾਈਮ ਉਹ ਆਪਣੇ ਤੋਂ ਲੱਖ ਰੁਪਏ ਦੀ ਕੋਈ ਚੀਜ਼ ਕ੍ਰੈਡਿਟ 'ਤੇ ਲੈ ਰਿਹਾ, ਮੀਨਸ ਕਿ ਉਹ ਲੱਖ ਰੁਪਏ ਦੀਆਂ ਮੈਡੀਕੇਸ਼ਨਸ ਲੈ ਰਿਹਾ, ਐਂਡ ਆਫਟਰ ਦੈਟ ਉਹ ਚੀਜ਼ਾਂ ਉਹ ਆਪਾਂ ਨੂੰ ਉਸ 'ਤੇ ਜਿਹੜਾ ਕ੍ਰੈਡਿਟ ਮਨੀ ਉਹ ਵਾਪਸ ਨਾ ਕਰੇ, ਕਿਉਂਕਿ ਇਹ ਰਿਸਕ ਆਫ ਮਨੀ ਦੀ ਆ। ਨਾਓ ਵੀ ਵਿਲ ਡਿਸਕਸ ਇਟ ਇਨ ਡਿਟੇਲ। ਸਭ ਤੋਂ ਪਹਿਲਾਂ ਸੇਲਸ ਪ੍ਰਮੋਸ਼ਨ ਹੁੰਦਾ ਕੀ ਆ, ਕਹਿੰਦੇ ਇਟ ਇਜ਼ ਅ ਵੈਰੀ ਇੰਪੋਰਟੈਂਟ ਕੰਪੋਨੈਂਟ ਆਫ ਅ ਮਾਰਕੀਟਿੰਗ ਸਪੈਸ਼ਲੀ ਦਾ ਪ੍ਰਮੋਸ਼ਨ ਮਿਕਸ। ਇਹਦੇ 'ਚ ਕੀ ਆ, ਕਹਿੰਦੇ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਆ ਮਾਰਕੀਟਿੰਗ ਦਾ। ਮਾਰਕੀਟਿੰਗ ਦੇ ਵਿੱਚ ਜਿੰਨੇ ਵੀ ਕੰਪੋਨੈਂਟਸ ਇਨਵੋਲਵਡ ਆ ਉਹਨਾਂ ਦੇ ਵਿੱਚ ਸਭ ਤੋਂ ਜ਼ਰੂਰੀ ਸੇਲਸ ਪ੍ਰਮੋਸ਼ਨ ਆ। ਸੇਲ ਦੀ ਪ੍ਰਮੋਸ਼ਨ ਕਿ ਆਪਾਂ ਜਿਹੜੀ ਚੀਜ਼ਾਂ ਆਪਣੇ ਕੋਲ ਹੈਗੀਆਂ ਨੇ ਉਹਨਾਂ ਦੀ ਪ੍ਰਮੋਸ਼ਨ ਕਿਵੇਂ ਕਰਨੀ ਹੈ, ਸੇਲਸ ਨੂੰ ਕਿਵੇਂ ਵਧਾਉਣਾ ਆ। ਅਤੇ ਇਹ ਕੀ ਆ, ਇੱਕ ਰਿਐਲਿਟੀ ਐਕਸੈਕਸ਼ਨ, ਇਹ ਕੀ ਆ, ਇੱਕ ਸਟਿਮੂਲਸ ਦੀ ਤਰ੍ਹਾਂ ਐਕਟ ਕਰਦਾ ਕਸਟਮਰ ਲਈ। ਜਿਹੜੇ ਆਪਣੇ ਬਾਇਰਸ ਆ ਉਹਨਾਂ ਨੂੰ ਇੱਕ ਸਟਿਮੂਲਸ ਦਿੰਦਾ, ਜੋ ਸਟਿਮੂਲਸ ਮਤਲਬ ਉਹ ਕੰਮ ਕਰੂਗਾ ਤਾਂ ਕਿ ਸੇਲਸ ਆ ਜਿਹੜੀ ਆਟੋਮੈਟਿਕਲੀ ਇਨਕਰੀਜ਼ ਹੋ ਜੂਗੀ। ਇਹਦੇ ਉੱਤੇ ਕੀ ਇਹਦਾ ਮੇਨ ਫੋਕਸ ਕੀ ਹੁੰਦਾ ਗਾ, ਆਪਾਂ ਜਿਹੜੇ ਕਸਟਮਰਸ ਨੇ ਜਾਂ ਰਿਟੇਲਰਸ ਨੇ ਉਹਨਾਂ ਨੂੰ ਆਪਾਂ ਆਪਣਾ ਪ੍ਰੋਡਕਟ ਆ ਜਿਹੜਾ ਉਹ ਵੇਚਣਾ ਹੈ, ਠੀਕ ਆ। ਨੈਕਸਟ ਕੀ ਆ, ਇਹ ਇਨਕਰੀਜ਼ ਕਰਦਾ, ਇਹ ਕੀ ਆ, ਇਟ ਹੈਲਪ ਇਨ ਇਨਕਰੀਜ਼ਿੰਗ ਸੇਲਸ ਫॉर ਸ਼ਾਰਟ ਪੀਰੀਅਡ। ਕਹਿੰਦੇ ਜਿਹੜਾ ਸੇਲਸ ਪ੍ਰਮੋਸ਼ਨ ਆ ਉਹ ਕਿ ਸਿਰਫ ਥੋੜ੍ਹੇ ਟਾਈਮ ਦੇ ਲਈ ਅਵੇਲੇਬਲ ਹੁੰਦਾ, ਕਿਉਂਕਿ ਆਪਾਂ ਲੌਂਗ ਟਰਮ ਕਸਟਮਰ ਲੋਇਲਿਟੀ ਹੈ ਜਿਹੜੀ ਉਹ ਪੋਸੀਬਲ ਨਹੀਂ ਹੈਗੀ, ਕਿਉਂਕਿ ਆਪਾਂ ਓਨਲੀ ਹੈ ਨਹੀਂ ਕਿ ਆਪਣੇ ਜਿਹੜੇ ਰਾਈਵਲਸ ਨੇ, ਬਿਜ਼ਨਸ ਰਾਈਵਲਸ ਆ ਜਿਹੜੇ ਫਾਰਮਾਸਿਊਟੀਕਲ ਇੰਡਸਟਰੀਜ਼ ਦੇ, ਉਹ ਵੀ ਇਸ ਚੀਜ਼ ਦੇ ਉੱਤੇ ਫੋਕਸ ਕਰਦੇ ਨੇ, ਉਹ ਵੀ ਆਪਣੀ ਸੇਲਸ ਪ੍ਰਮੋਸ਼ਨ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਟ ਇਜ਼ ਨਾਟ ਅ ਲੌਂਗ ਟਰਮ ਥਿੰਗ। ਕਹਿੰਦੇ ਕਿਹਦੇ ਲਈ ਵਧਾਈ ਜਾਂਦੇ ਆ, ਜਿਹੜੇ ਪੋਟੈਂਸ਼ੀਅਲ ਕਸਟਮਰਸ ਨੇ ਜਾਂ ਡਿਸਟਰੀਬਿਊਸ਼ਨ ਚੈਨਲਸ ਨੇ, ਜਿਵੇਂ ਹੋਲਸੇਲ ਸਟੋਰਸ ਹੋ ਗਏ ਜਿਨ੍ਹਾਂ ਨੇ ਰਿਟੇਲਰਸ ਨੂੰ ਵੀ ਪ੍ਰੋਵਾਈਡ ਕਰਨਾ, ਫਿਜ਼ੀਸ਼ੀਅਨ ਨੂੰ ਵੀ ਪ੍ਰੋਵਾਈਡ ਕਰਨੇ ਆ ਪ੍ਰੋਡਕਟਸ ਹੈ ਨਾ, ਅਤੇ ਡਾਇਰੈਕਟ ਕਸਟਮਰਸ ਨੂੰ ਵੀ ਪ੍ਰੋਵਾਈਡ ਕਰਨੇ ਉਹਨਾਂ ਲਈ ਹੁੰਦਾ। ਕਹਿੰਦੇ ਡਾਇਰੈਕਟ ਮਾਰਕੀਟਿੰਗ ਐਸੋਸੀਏਸ਼ਨ ਦੇ ਅਕੋਰਡਿੰਗ ਸੇਲਸ ਪ੍ਰਮੋਸ਼ਨ ਦੀ ਕੀ ਡੈਫੀਨੇਸ਼ਨ ਆ, ਉਹਦੇ ਅਕੋਰਡਿੰਗ ਕੀ ਆ, ਸੇਲ ਪ੍ਰਮੋਸ਼ਨ ਐਕਟੀਵਿਟੀਜ਼ ਦੈਟ ਕਮਿਊਨੀਕੇਟ ਡਾਇਰੈਕਟ ਡਿਸਟਿੰਕਟਿਵ ਬ੍ਰਾਂਡ ਐਟਰੀਬਿਊਟਸ। ਇਹ ਉਹ ਐਕਟੀਵਿਟੀਜ਼ ਨੇ ਜਿਹੜੀਆਂ ਕਿਸੇ ਵੀ ਬ੍ਰਾਂਡ ਦੇ ਬਾਰੇ ਦੱਸਦੀਆਂ ਨੇ, ਉਹਦੀ ਡਿਵੈਲਪਮੈਂਟ ਕਰਦੀਆਂ ਨੇ, ਅਤੇ ਜਿਹੜੀ ਉਹਦੀ ਬ੍ਰਾਂਡ ਦੀ ਵੈਲਿਊ ਆ ਉਹਨੂੰ ਵਧਾਉਂਦੀਆਂ ਨੇ, ਅਤੇ ਕੰਜ਼ਿਊਮਰ ਫਰੈਂਚਾਈਜ਼ ਬਿਲਡਿੰਗ ਪ੍ਰਮੋਸ਼ਨ, ਅਤੇ ਜਿਹੜੀ ਕੰਜ਼ਿਊਮਰ ਦੀ ਫਰੈਂਚਾਈਜ਼ ਬਿਲਡਿੰਗ ਪ੍ਰਮੋਸ਼ਨ ਕਰਦੀਆਂ ਨੇ। ਹਾਂ, ਜਿਹੜਾ ਵਿਲੀਅਮ ਜੇ ਸਟੈਂਟਨ ਆ ਉਹਦੇ ਅਕੋਰਡਿੰਗ ਕੀ ਆ, ਇਹ ਐਕਸਰਸਾਈਜ਼ ਆ ਜਿਸ 'ਚ ਕੀ ਆ, ਇਨਫੋਰਮੇਸ਼ਨ ਪਰਸੂਏਸ਼ਨ ਅਤੇ ਇਨਫਲੂਐਂਸ ਹੁੰਦਾ। ਮਤਲਬ ਕਿਸੇ ਚੀਜ਼ ਦੀ ਜਾਣਕਾਰੀ, ਜਿਵੇਂ ਕੋਈ ਆਪਾਂ ਸਪੋਜ਼ ਕਰੋ ਪੈਰਾਸੀਟਾਮੋਲ ਆ ਹੈ ਨਾ, ਪਹਿਲਾਂ ਆਪਾਂ ਕੀ ਕਿਸੇ ਡਾਕਟਰ ਨੂੰ ਆਪਾਂ ਪੈਰਾਸੀਟਾਮੋਲ ਵੇਚਣੀ ਹੈ, ਠੀਕ ਹੈ, ਪਹਿਲਾਂ ਆਪਾਂ ਕੀ ਉਹਦੀ ਇਨਫੋਰਮੇਸ਼ਨ ਦੇਵਾਂਗੇ ਕਿ ਇਹ ਜਿਹੜੀ ਪੈਰਾਸਿਟ ਨੇ ਬਣਾਈ ਆ, ਸਪੋਜ਼ ਦਿਸ ਮੈਡੀਕੇਸ਼ਨ ਇਜ਼ ਮੇਡ ਬਾਏ ਪੈਰਾਸਿਟ, ਇਹ ਕਿਹਦੇ ਲਈ ਯੂਜ਼ ਹੁੰਦੀ ਆ, ਇਹਦੇ ਕੀ ਸਾਈਡ ਇਫੈਕਟਸ ਹੋਣਗੇ, ਜਿਵੇਂ ਐਂਟੀਪਾਇਰੈਟਿਕ ਆ ਰਾਈਟ, ਇਹਦੇ ਸਾਈਡ ਇਫੈਕਟ ਕੀ ਆ, ਨੋਰਮਲ ਕਦੇ ਵੀ ਕੋਈ ਵੀ ਆ ਸਕਦਾ ਰਾਈਟ। ਹੋਰ ਕੀ ਆ ਕਿ ਪਰਸੂਏਸ਼ਨ, ਫਿਰ ਉਹਨੂੰ ਕੀ ਕਹਿਣਾ ਕਿ ਹਾਂ ਤੂੰ ਇਹ ਲੈ, ਉਹਨੂੰ ਆਪਾਂ ਦੱਸ ਰਹੇ ਹਾਂ ਕਿ ਆਹ ਚੀਜ਼ਾਂ ਨੇ, ਫਿਰ ਕਿ ਇਨਫਲੂਐਂਸ ਕਰਨਾ ਕਿ ਹਾਂ ਅਸੀਂ ਇਹਨੂੰ ਆਹ ਚੀਜ਼ ਦੇਵਾਂਗੇ ਤਾਂ ਕਰਕੇ ਤੂੰ ਇਹ ਚੀਜ਼ ਨੂੰ ਲੈ। ਮੀਨਸ ਆਪਾਂ ਉਹਨੂੰ ਕਹਾਂਗੇ ਤੂੰ 10 ਪੱਤੇ ਆ ਜਿਹੜੇ ਪੈਰਾਸਟਾਮੋਲ ਦੇ ਲੈ, ਜੇ ਤੂੰ 10 ਪੱਤੇ ਲੈ ਰਿਹਾ ਤੈਨੂੰ ਅਸੀਂ 11ਵਾਂ ਫ੍ਰੀ ਦੇਵਾਂਗੇ। ਦੈਟ ਮੀਨਸ ਕੀ ਆ, ਉਹਨੂੰ ਕੀ ਬੈਨੀਫਿਟ ਹੋਊਗਾ, ਇੱਕ ਤਾਂ ਕੀ ਆ 10 ਪੱਤੇ ਉਹਨੂੰ ਘੱਟ ਰੇਟ 'ਤੇ ਮਿਲਿਆ, ਉਹਦੇ 'ਚ ਤਾਂ ਉਹਨੂੰ ਜਿਹੜਾ ਪ੍ਰੋਫਿਟ ਲੈਣਾ ਸੀ, 11ਵਾਂ ਜਿਹੜਾ ਉਹਨੂੰ ਫ੍ਰੀ 'ਚ ਮਿਲਿਆ ਤਾਂ ਉਹਨੂੰ ਪ੍ਰੋਫਿਟ ਹੈ ਜਿਹੜਾ ਉਹ ਡਾਇਰੈਕਟ ਅਰਨ ਹੋ ਜਾਊਗਾ। ਇਹਦੇ 'ਚ ਕੀ ਹੈ, ਟੈਕਟਿਕਸ ਅਤੇ ਸਾਇੰਸ ਜਿਹੜੀ ਸੇਲ ਨੂੰ ਬੂਸਟ ਕਰਦੀ ਹੈ ਉਹਨੂੰ ਕੀ ਆ, ਬੇਸਿਕਲੀ ਕੀ ਚੀਜ਼ ਹੋਈ, ਜਿਹੜੀ ਟੈਕਟਿਕਸ ਅਤੇ ਸਾਇੰਸ ਮਤਲਬ ਕਿਹੜੀ ਸਾਇੰਟੀਫਿਕਲੀ ਟੈਕਨੋਲੋਜੀ ਯੂਜ਼ ਕੀਤੀ ਹੈ, ਜਿਹੜੀਆਂ ਆਪਾਂ ਤਕਨੀਕਾਂ ਯੂਜ਼ ਕੀਤੀਆਂ ਸੇਲ ਨੂੰ ਪ੍ਰਮੋਟ ਕਰਨ ਲਈ, ਵਧਾਉਣ ਲਈ, ਉਹਨੂੰ ਕਹਿੰਦੇ ਸੇਲਸ ਪ੍ਰਮੋਸ਼ਨ। ਇਹਦੇ ਵਿੱਚ ਹਰ ਚੀਜ਼ ਹੁੰਦੀ ਹੈ, ਡਿਸਪਲੇ, ਪਬਲਿਸਿਟੀ,
ਠੀਕ ਆ। ਉਹ ਤੋਂ ਬਿਨਾਂ ਡਰੱਗਸ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ, ਕਾਉਂਸਲਿੰਗ ਦੇਣੀ, ਓਵਰ ਦਾ ਕਾਊਂਟਰ ਡਰੱਗਸ ਵੇਚਣੀਆਂ, ਸਾਊਂਡ ਹੈਲਥ ਰੱਖਣੀ, ਮਤਲਬ ਇਹ ਵੀ ਦੇਖਣਾ ਕਿ ਆਪਾਂ ਜਿਹੜੀ ਚੀਜ਼ ਵੇਚ ਰਹੇ ਹਾਂ ਉਹ ਕੀ ਹੈ, ਹੈਲਥ ਦੇ ਉੱਤੇ ਕੋਈ ਬੈਡ ਇੰਪੈਕਟ ਹੈ ਜਿਹੜਾ ਉਹ ਨਾ ਪਾਵੇ। ਨੈਕਸਟ ਆ ਗਿਆ ਓਬਜੈਕਟਿਵ। ਹੁਣ ਇਹਦੇ ਮੇਨ ਓਬਜੈਕਟਿਵਸ ਕੀ ਨੇ, ਆਪਾਂ ਕੀ ਹੈ ਫਿਜ਼ੀਸ਼ੀਅਨਸ ਅਤੇ ਡਾਕਟਰਸ ਨੂੰ ਸਟਿਮੂਲੇਟ ਕਰਨਾ, ਮਤਲਬ ਉਹਨਾਂ ਨੂੰ ਇਨਫਲੂਐਂਸ 'ਚ ਲੈ ਕੇ ਆਉਣਾ ਕਿ ਉਹ ਆਪਣੇ ਫਾਰਮਾਸਿਊਟੀਕਲ ਪ੍ਰੋਡਕਟਸ ਆ ਜਿਹੜੇ ਉਹਨਾਂ ਨੂੰ ਯੂਜ਼ ਕਰਨ। ਕਿਵੇਂ ਯੂਜ਼ ਕਰਨਗੇ, ਕਾਮਨ ਸੈਂਸ ਆ ਕਿ ਜੇ ਆਪਾਂ ਉਹਨੂੰ ਕਹਾਂਗੇ ਕਿ ਤੁਸੀਂ ਹੁਣ ਇਹ ਸਾਡੇ ਤੋਂ 10 ਰੁਪਏ ਲੈ ਲਓ ਤਾਂ ਉਹ ਨਹੀਂ ਲੈਣਗੇ। ਆਪਾਂ ਉਹਨੂੰ ਥੋੜ੍ਹਾ ਸੈਂਪਲ ਦੇਵਾਂਗੇ, 1 ਜਾਂ 2 ਡੱਬੇ ਦੇ ਦਿੱਤੇ ਕਿਸੇ ਮੈਡੀਕੇਸ਼ਨ ਦੀ ਕਿ ਤੁਸੀਂ ਇਹਨੂੰ ਯੂਜ਼ ਕਰਕੇ ਦੇਖੋ, ਉਸ ਤੋਂ ਬਾਅਦ ਤੁਸੀਂ ਆਰਡਰ ਪਰਟੇਨ ਕਰੋ, ਠੀਕ ਆ। ਇਨਕਰੀਜ਼ ਦ ਯੂਜ਼ਸ ਆਫ ਪ੍ਰੋਡਕਟਸ ਬਾਏ ਦ ਫਿਜ਼ੀਸ਼ੀਅਨਸ। ਫਿਰ ਜੇ ਆਪਾਂ ਨੂੰ ਉਹਨਾਂ ਨੂੰ ਇੱਦਾਂ ਕਰਨਾ ਹੈ, ਇਨਕਰੀਜ਼ ਲੈ ਕੇ ਆਉਣਾ ਕਿ ਤੁਸੀਂ ਜ਼ਿਆਦਾ ਪ੍ਰੋਡਕਟਸ ਵਿੱਚ ਇੱਕ ਵਾਰ ਸੈਂਪਲ ਦੇ ਕੇ, ਪਹਿਲਾਂ ਕਸਟਮਰ ਆ ਉਹ ਕੋਈ ਵੀ ਚੀਜ਼ ਨੂੰ ਵੱਡੀ ਨੂੰ ਤਾਂ ਕਾਮਨ ਸੈਂਸ ਆ ਕਿ ਨਹੀਂ ਲਊਗਾ, ਪਹਿਲਾਂ ਛੋਟੀ ਛੋਟੀ ਤੋਂ ਸ਼ੁਰੂ ਕਰਾਂਗੇ, ਫਿਰ ਕਿ ਆਪਾਂ ਕਸਟਮਰਸ ਨੂੰ ਇੱਦਾਂ ਇਨਫਲੂਐਂਸ 'ਚ ਲੈ ਕੇ ਆਉਣਾ ਕਿ ਤੁਸੀਂ ਜ਼ਿਆਦਾ ਯੂਜ਼ ਆ ਜਿਹੜਾ ਉਹਨੂੰ ਵਧਾਓ। ਟੂ ਸੀਜ਼ ਦ ਕਸਟਮਰਸ ਹੂ ਆਰ ਲੋਇਲ ਟੂ ਰਾਈਵਲ ਫਾਰਮਾਸਿਊਟੀਕਲ ਫਰਮਸ। ਜਿਹੜੇ ਕਸਟਮਰਸ ਬਾਕੀ ਜਿਹੜੀਆਂ ਆਪਣੀਆਂ ਮਤਲਬ ਕੋਈ ਵੀ ਫਾਰਮਾਸਿਊਟੀਕਲ ਫਰਮਸ ਨੇ, ਬਾਕੀ ਫਾਰਮਾਸਿਊਟੀਕਲ ਫਰਮਸ ਜਿਹੜੀਆਂ ਰਾਈਵਲਸ ਚੱਲ ਰਹੀਆਂ ਨੇ, ਉਹਨਾਂ ਦੇ ਜਿਹੜੇ ਕਸਟਮਰ ਆ ਉਹਨਾਂ ਨੂੰ ਸੀਜ਼ ਕਰਨਾ, ਉਹਨਾਂ ਨੂੰ ਆਪਣੀ ਜਿਹੜੀ ਕੰਪਨੀ ਉਹਦੇ 'ਚ ਕਿਵੇਂ ਲਾਉਣਾ ਹੈ, ਫਾਰਮਾਸਿਊਟੀਕਲ ਕੰਪਨੀ ਦੇ ਪ੍ਰੋਡਕਟਸ ਵੇਚਣ। ਫਿਜ਼ੀਸ਼ੀਅਨ ਨੂੰ ਮੋਟੀਵੇਟ ਕਰਨਾ ਗਾ ਕਿ ਉਹ ਜਿਵੇਂ ਸਪੋਜ਼ ਆ ਕੋਈ ਆਪਾਂ ਆਪਣੀ ਕੰਪਨੀ ਆ, ਜਿਵੇਂ ਹੁਣ ਸਨਸਕ੍ਰੀਨ ਦੀ ਐਗਜ਼ਾਮਪਲ ਲੈ ਲਓ, ਜੇ ਉਹ 25 SPF ਦੀ ਹੈ, ਜਿਹੜਾ ਕੋਈ ਫਿਜ਼ੀਸ਼ੀਅਨ ਆ, ਸਕਿਨ ਫਿਜ਼ੀਸ਼ੀਅਨ ਆ ਜਿਹੜਾ ਉਹ ਪ੍ਰਿਸਕ੍ਰਾਈਬ ਕਰ ਰਿਹਾ ਆਲਰੇਡੀ ਕਿਸੇ ਕੰਪਨੀ ਦੀ, ਠੀਕ ਆ, ਉਹਨੂੰ ਆਪਾਂ ਕਹਿਣਾ ਆਪਣੀ ਕੰਪਨੀ ਨੇ ਕਿ 50 ਦੀ ਕਰਤੀ। ਆਪਾਂ ਪਹਿਲਾਂ ਤਾਂ ਫਿਜ਼ੀਸ਼ੀਅਨ ਨੂੰ ਐਗਰੀਡ ਕਰਾਵਾਂਗੇ ਤਾਂ ਹੀ ਉਹ ਆਪਣੀ ਮੈਡੀਕੇਸ਼ਨ ਪ੍ਰਿਸਕ੍ਰਾਈਬ ਕਰੂਗਾ ਕਿ ਹਾਂ ਇਹਦੇ ਕੋਈ ਬੈਨੀਫਿਟਸ ਨੇ। ਸਪੋਜ਼ ਕਰੋ ਜਿਹੜੀ 50 ਵਾਲੀ ਆ ਉਹਦੇ ਬੈਨੀਫਿਟ ਕੀ ਹੋਣਗੇ, ਉਹ ਜ਼ਿਆਦਾ ਪ੍ਰੋਟੈਕਸ਼ਨ ਦਊਗਾ, ਠੀਕ ਆ। ਇੱਦਾਂ ਕਰਕੇ ਉਹਨੂੰ ਆਪਾਂ ਇਨਕਰੀਜ਼ ਕਰਨਾ, ਠੀਕ ਆ। ਆਪਣੀ ਫਾਰਮਾਸਿਊਟੀਕਲ ਫਰਮ ਦੀ ਇਮੇਜ ਆ ਜਿਹੜੀ ਉਹਨੂੰ ਇੰਪਰੂਵ ਕਰਨਾ ਹੁੰਦਾ। ਸੇਲਸ ਪ੍ਰਮੋਸ਼ਨ ਦਾ ਮੇਨ ਮੋਟਿਵ ਆਪਣੀ ਜਿਹੜੀ ਫਾਰਮਾਸਿਊਟੀਕਲ ਫਰਮ ਆ ਉਹਦੇ ਟੂਵਰਡਸ ਲੋਇਲਟੀ ਲੈ ਕੇ ਆਉਣੀ ਹੁੰਦੀ ਆ। ਫਿਜ਼ੀਸ਼ੀਅਨਸ ਨੂੰ ਖੁਸ਼ ਰੱਖਣਾ ਗਾ, ਜਿਹੜੇ ਮਤਲਬ ਜੇ ਕੋਈ ਪ੍ਰਾਈਸ ਬਾਰੇ ਸੋਚਦਾ ਤਾਂ ਉਹਨੂੰ ਉਹਦੇ ਪ੍ਰਾਈਸ ਦੇ ਅਕੋਰਡਿੰਗ ਖੁਸ਼ ਰੱਖਣ ਦੀ ਟਰਾਈ ਕਰਨੀ ਆ। ਨਰਸਿੰਗ ਹੋਮਸ ਨੂੰ ਕੀ ਆ ਆਫਰਸ ਪ੍ਰੋਵਾਈਡ ਕਰਨੀਆਂ, ਜਾਂ ਡਿਸਪੈਂਸਿੰਗ ਡਾਕਟਰਸ ਨੂੰ ਫਾਰਮਾਸਿਊਟੀਕਲ ਟੂ ਮਿਨੀਮਾਈਜ਼ ਦ ਫਾਰਮਾਸਿਊਟੀਕਲ ਪ੍ਰੋਡਕਟਸ ਇਨਵੈਂਟਰੀ ਐਂਡ ਐਕਸਪੈਂਡ ਦਾ ਅਮਾਊਂਟ ਆਫ ਸਟਾਕ ਐਜ਼ ਪਰ ਦਾ ਡੇਟ। ਜਿਹੜੀ ਸਟਾਕ ਦੀ ਅਮਾਊਂਟ ਆ ਉਹ ਵਧਾਉਣੀ ਆ। ਸੇਲਸ ਪ੍ਰਮੋਸ਼ਨ ਦੇ ਪ੍ਰਿੰਸੀਪਲਸ ਕੀ ਨੇ, ਮਤਲਬ ਕਿਹੜੇ ਇਹ ਅਸੂਲਾਂ 'ਤੇ ਚੱਲਦੇ ਆ। ਪਹਿਲਾਂ ਟਰਾਇਲ ਅਤੇ ਰੀਪਰਚੇਜ਼। ਪਹਿਲਾਂ ਕਿ ਆਪਾਂ ਸੈਂਪਲ ਪ੍ਰੋਵਾਈਡ ਕਰਨਾ ਹੈ, ਜਿਹੜਾ ਮੇਨ ਓਬਜੈਕਟਿਵ ਆ, ਠੀਕ ਆ, ਕਿ ਜਿਹੜਾ ਆਪਾਂ ਸੈਂਪਲ ਦਿੱਤਾ ਉਹ ਤੋਂ ਬਾਅਦ ਕੀ ਆ ਪਰਚੇਜ਼ ਹੋ ਗਿਆ ਆਪਣੀ ਚੀਜ਼। ਨੈਕਸਟ ਕੀ ਆ ਫ੍ਰੀਕੁਐਂਸੀ ਔਰ ਕੁਆਂਟੀਟੀ ਆਫ ਪਰਚੇਜ਼ ਕਰਨੀ ਆ, ਆਪਾਂ ਜਿਹੜੀ ਪਰਚੇਜ਼ ਦੀ ਕੁਆਂਟੀਟੀ ਇਨਕਰੀਜ਼ ਕਰਾਂਗੇ। ਕਾਊਂਟਰਿੰਗ ਕੋਆਪਰੇਟਿਵ ਆਫਰਸ, ਜੇ ਕੋਈ ਸਪੋਜ਼ ਆਪਾਂ ਵੀ ਪੈਰਾਸੀਟਾਮੋਲ ਵੇਚਣੀ ਆ, ਕੋਈ ਹੋਰ ਕੰਪਨੀ ਦਾ ਬੰਦਾ ਵੀ ਪੈਰਾਸੀਟਾਮੋਲ ਵੇਚਣਾ ਆ, ਤਾਂ ਆਪਾਂ ਉੱਥੇ ਕੀ ਆ ਸੇਲਸ ਪ੍ਰਮੋਸ਼ਨ ਦਾ ਜਿਹੜਾ ਬੰਦਾ ਜਿਹੜਾ ਸੇਲਸ ਕਰ ਰਿਹਾ ਉਹਨੇ ਇਹ ਚੀਜ਼ ਦੇਖਣੀ ਹੈ ਕਿ ਉਹ ਉਹਦੇ ਨਾਲੋਂ ਜ਼ਿਆਦਾ ਆਪਣਾ ਜਿਹੜਾ ਪ੍ਰੋਡਕਟ ਉਹ ਦੇ ਸਕੇ। ਬਿਲਡਿੰਗ ਕਸਟਮਰ ਡਾਟਾਬੇਸ ਐਂਡ ਇੰਕਰੀਜ਼ਿੰਗ ਕਸਟਮਰ ਰਿਟੈਂਸ਼ਨ। ਕਸਟਮਰਸ ਦਾ ਡਾਟਾਬੇਸ ਰਿਕਾਰਡ ਰੱਖਣਾ, ਕਸਟਮਰ ਦਾ ਜਿਹੜਾ ਜੋ ਵੀ ਸਾਰਾ ਡਾਟਾਬੇਸ ਆ ਉਹਨੂੰ ਬਣਾਉਣਾ ਕਿ ਕੌਣ ਆਪਣਾ ਕਰ ਸਕਦਾ, ਅਤੇ ਜਿਹੜੇ ਆਪਣੇ ਕਸਟਮਰਸ ਨੇ ਉਹਨਾਂ ਨੂੰ ਲੌਂਗ ਟਰਮ ਬਣਾ ਕੇ ਰੱਖਣਾ ਕਿ ਉਹ ਆਪਣਾ ਲੌਂਗ ਟਰਮ ਕੰਮ ਕਰਨ ਜਿੰਨਾ ਤੋਂ ਜ਼ਿਆਦਾ ਹੋ ਸਕੇ। ਕ੍ਰਾਸ ਸੈਲਿੰਗ ਐਂਡ ਐਕਸਟੈਂਡਿੰਗ ਦਾ ਯੂਜ਼ ਆਫ ਆ ਬ੍ਰਾਂਡ, ਕਿ ਜਿਹੜਾ ਬ੍ਰਾਂਡ ਦਾ ਇੱਕ ਵਾਰੀ ਜਿੱਥੇ ਆਪਾਂ ਪ੍ਰੋਡਕਟ ਦੇ ਰਹੇ ਹਾਂ ਕਿ ਉਹ ਦੁਬਾਰਾ ਆਪਾਂ ਨੂੰ ਆਰਡਰ ਕਰਨ। ਅਤੇ ਜੇ ਹੋਰ ਕੁਛ ਆਪਣੇ ਕੋਲ ਹੋਰ ਕੋਈ ਚੀਜ਼ ਐਕਸਟਰਾ ਪ੍ਰੋਵਾਈਡ ਕੀਤੀ ਆ, ਜਿਵੇਂ ਸਨਸਕ੍ਰੀਨ ਦੇ ਨਾਲ ਕੋਈ ਆਪਾਂ ਸਨ ਲੋਸ਼ਨ, ਹੋਰ ਕੋਈ ਲੋਸ਼ਨ ਬਣਾਇਆ, ਸਕਿਨ ਕੇਅਰ ਪ੍ਰੋਡਕਟ ਬਣਾਇਆ, ਉਹਨੂੰ ਆਪਾਂ ਕਰੀਏ। ਜਿਵੇਂ ਮੋਸਟਲੀ ਆਪਾਂ ਜਾਂਦੇ ਹਾਂ ਕਿਸੇ ਵੀ ਸ਼ਾਪ ਦੇ ਉੱਤੇ, ਸਪੋਜ਼ ਹੈ ਨਾ ਆਪਾਂ ਪਾਰਲਰ 'ਚ ਜਾਂਦੇ ਹਾਂ, ਤਾਂ ਕਿ ਆਪਾਂ ਇੱਕ ਸਰਵਿਸ ਲੈਣੀ ਹੁੰਦੀ ਹੈ ਹੈ ਨਾ, ਉਹ ਆਪਾਂ ਨੂੰ 5-4 ਸੈਲੂਨ ਦੇ ਵਿੱਚ ਹੋਰ ਪ੍ਰੋਵਾਈਡ ਕਰ ਦਿੰਦੇ ਨੇ। ਕੀ ਦੱਸ ਕੇ ਕੀ ਬੈਨੀਫਿਟ ਆ, ਉਹ ਕਿ ਉਹਨਾਂ ਦੀ ਸੇਲਸ ਪ੍ਰਮੋਸ਼ਨ ਆ ਕਿ ਹਾਊ ਟੂ ਇਨਫਲੂਐਂਸ ਦ ਕਸਟਮਰਸ। ਨੈਕਸਟ ਵਨ ਇਜ਼ ਰੀਇਨਫੋਰਸਿੰਗ ਦਾ ਬ੍ਰਾਂਡ ਇਮੇਜ ਐਂਡ ਸਟਰੈਂਥਨਿੰਗ ਬ੍ਰਾਂਡ ਰਿਲੇਸ਼ਨਸ਼ਿਪ। ਜਿਹੜੀ ਬ੍ਰਾਂਡ ਦੀ ਇਮੇਜ ਆ ਉਹਨੂੰ ਕੀ ਪ੍ਰੋਪਰ ਬਣਾ ਕੇ ਰੱਖਣਾ, ਅਤੇ ਬ੍ਰਾਂਡ ਦਾ ਰਿਲੇਸ਼ਨਸ਼ਿਪ ਆ ਜਿਹੜਾ ਉਹ ਬਣਾਉਣਾ। ਕਹਿੰਦੇ ਜਿਹੜੀਆਂ ਡਿਵਾਈਸਿਸ ਜਾਂ ਮੈਥਡਸ ਕਿ ਸੇਲਸ ਪ੍ਰਮੋਸ਼ਨ ਨੂੰ ਇਨਕਰੀਜ਼ ਕਰਨ ਲਈ ਕਿਹੜੇ ਮੈਥਡ ਜਾਂ ਡਿਵਾਈਸਿਸ ਯੂਜ਼ ਕੀਤੇ ਨੇ। ਫਸਟ ਹੈਗਾ ਕੰਜ਼ਿਊਮਰ ਦਾ ਪ੍ਰਮੋਸ਼ਨ। ਕੰਜ਼ਿਊਮਰ ਪ੍ਰਮੋਸ਼ਨ ਨੂੰ ਆਪਾਂ ਕਿਵੇਂ ਇਨਕਰੀਜ਼ ਕਰਾਂਗੇ, ਜਾਂ ਤਾਂ ਆਪਾਂ ਕੂਪਨਸ ਦੇਵਾਂਗੇ। ਸਪੋਜ਼ ਆਪਾਂ ਕਿਸੇ ਡਾਕਟਰ ਕੋਲ ਆ, ਉਹਨੂੰ ਆਪਾਂ ਕੀ ਕੂਪਨਸ ਦੇਣੇ ਸ਼ੁਰੂ ਕਰਤੇ ਕਿ ਤੈਨੂੰ ਇਹ ਚੀਜ਼ ਲੈਣ ਨਾ, ਉਦੋਂ ਬਾਅਦ ਕੀ ਫਿਰ ਉਹਦੇ ਨਾਲ ਕੀ ਆ ਉਹ ਕੂਪਨਸ ਤੋਂ ਆਪਾਂ ਚੀਜ਼ਾਂ ਹੋਰ ਕੋਈ ਪ੍ਰੋਵਾਈਡ ਕਰਨੀਆਂ। ਉਹ ਕੂਪਨ ਇਹ ਵੀ ਹੋ ਸਕਦੇ ਆ, ਡਿਸਕਾਊਂਟ ਵੀ ਹੋ ਸਕਦਾ, ਜਾਂ ਕੀ ਆ ਕਿਸੇ ਹੋਰ ਫਾਰਮ 'ਚ ਹੋ ਸਕਦਾ। ਪ੍ਰੀਮੀਅਮ ਔਰ ਬੋਨਸ ਆਫਰ। ਬੋਨਸ ਹੋਊਗਾ ਕਿ ਜੇ ਕੋਈ ਬੰਦਾ ਕਸਟਮਰ ਡੈਫੀਨੇਟ ਅਬਾਊਟ ਕਿ ਜੇ ਤੁਸੀਂ ਇੰਨਾ ਲਓਗੇ ਤਾਂ ਤੈਨੂੰ ਇਹਦੇ 'ਤੇ ਕੀ ਬੋਨਸ ਮਿਲੂਗਾ। ਜਿਵੇਂ ਸਪੋਜ਼ ਕਿ ਆਪਾਂ ਇੱਕ ਐਕਸਟਰਾ ਪਤਾ ਦਿੱਤਾ, ਜਾਂ ਕੀ ਆਪਾਂ ਉਹਨੂੰ 20 ਰੁਪਏ ਜਾਂ 30 ਰੁਪਏ ਐਕਸਟਰਾ ਦਿੱਤੇ ਇੱਕ ਚੀਜ਼ ਦੇ ਉੱਤੇ। ਦਿਸ ਇਜ਼ ਇਨ ਅ ਸ਼ਾਰਟ ਫਾਰਮ, ਪਰ ਜਿਹੜੇ ਐਕਚੁਅਲ 'ਚ ਸੇਲਸ ਪ੍ਰਮੋਸ਼ਨ ਹੁੰਦਾ ਉਹ ਬਹੁਤ ਹਾਈਐਸਟ ਅਮਾਊਂਟ ਦੇ ਵਿੱਚ ਹੁੰਦਾ। ਕੰਟੈਸਟ ਔਰ ਸਵੀਪਸਟੇਕਸ। ਕੰਟੈਸਟ ਦੇ ਵਿੱਚ ਕੀ ਹੁੰਦਾ, ਜਿਵੇਂ ਆਪਾਂ ਨੂੰ ਕਿ ਲਾਟਰੀ ਦੀਆਂ ਟਿਕਟਸ ਦੇਤੀਆਂ,
ਕਿ ਇੰਨੇ ਲੋਕਾਂ ਨੂੰ ਫਲਾਈਟ ਦੀਆਂ ਟਿਕਟਸ ਮਿਲਣਗੀਆਂ ਜਿਹੜੇ ਇੰਨਾ ਸਟਾਕ ਕਰਨਗੇ, ਉਹਨਾਂ ਦੇ ਵਿੱਚੋਂ ਕਿ ਇੰਨੀਆਂ ਅਸੀਂ ਟਿਕਟਸ ਕੱਢਣੀਆਂ ਨੇ, ਸਾਰਿਆਂ ਨੂੰ ਪ੍ਰੋਵਾਈਡ ਕਰਦੀਆਂ। ਸਟ੍ਰੀਪ ਸਟਿਕਸ ਵੀ ਸੇਮ ਹੀ ਚੀਜ਼ ਆ। ਮਿਡਲਮੈਨ ਪ੍ਰਮੋਸ਼ਨ ਦੇ ਵਿੱਚ ਕੀ ਹੁੰਦਾ, ਫ੍ਰੀ ਡਿਸਟਰੀਬਿਊਸ਼ਨ ਆਫ ਸੈਂਪਲਸ ਕੀਤੀ ਜਾਂਦੀ ਹੈ। ਮਿਡਲਮੈਨ ਪ੍ਰਮੋਸ਼ਨ ਕੀ ਹੁੰਦਾ, ਕੋਈ ਵਿਚਾਲੇ ਆਪਾਂ ਬੰਦਾ ਵਿਚੋਲਾ ਰੱਖ ਲਿਆ, ਉਹ ਕੀ ਆ ਪ੍ਰੋਡਕਟਸ ਨੂੰ ਪ੍ਰਮੋਟ ਕਰੂਗਾ। ਫਸਟ ਹੈਗੀ ਫ੍ਰੀ ਡਿਸਟਰੀਬਿਊਸ਼ਨ ਆਫ ਸੈਂਪਲਸ ਦੀ ਫ੍ਰੀ ਡਿਸਟਰੀਬਿਊਸ਼ਨ ਕਰਨੀ ਆ ਆਪਾਂ, ਠੀਕ ਆ। ਕਿ ਕੋਈ ਵੀ ਸੈਂਪਲ ਦਿੱਤਾ, ਜਿਵੇਂ ਇੱਕ ਦੋ ਸਟ੍ਰੈਪਸ ਦੇ ਦਿੱਤੇ ਹੈ ਨਾ, ਉਹਦੇ ਨਾਲ ਕੀ ਆਪਣੀ ਫ੍ਰੀ ਡਿਸਟਰੀਬਿਊਸ਼ਨ ਹੋ ਗਈ। ਬਾਇੰਗ ਅਲਾਊਂਸ ਔਰ ਡਿਸਕਾਊਂਟ, ਜੇ ਆਪਾਂ ਨੂੰ ਕੋਈ ਬੰਦਾ ਆਪਣੇ ਤੋਂ ਕੋਈ ਚੀਜ਼ ਬਾਈ ਕਰ ਰਿਹਾ ਤਾਂ ਉਹਨੂੰ ਕੀ ਆਪਾਂ ਡਿਸਕਾਊਂਟ ਪ੍ਰੋਵਾਈਡ ਕਰਨਾ। ਬਾਈ ਬੈਕ ਅਲਾਊਂਸ, ਕਿ ਜਿਹੜੀ ਕੋਈ ਚੀਜ਼ ਕਿਸੇ ਨੇ ਲਈ ਆ ਤਾਂ ਉਹਨੂੰ ਆਪਾਂ ਕੀ ਕਹਿਣਾ ਹੈਗਾ ਕਿ ਜਿਵੇਂ ਹੈ ਨਾ ਬਾਈ ਬੈਕ ਹੁੰਦਾ ਕਿ ਜਿਵੇਂ ਆਪਾਂ ਕੋਈ ਚੀਜ਼ ਲਈ ਹੈ ਨਾ, ਕੋਈ ਫਾਰਮਾਸਿਊਟੀਕਲ ਪ੍ਰੋਡਕਟ ਕਿਸੇ ਫਾਰਮਾਸਿਊਟੀਕਲ ਇੰਡਸਟਰੀ ਦਾ ਲਿਆ, ਉਹ ਕੀ ਕਹਿਣਗੇ ਤੈਨੂੰ ਅਸੀਂ ਇੰਨਾ ਡਿਸਕਾਊਂਟ ਦੇਵਾਂਗੇ, ਪਰ ਉਹਦੇ ਵਿੱਚ ਤੈਨੂੰ ਸਾਡੀ ਹੀ ਕੰਪਨੀ ਦਾ ਕੋਈ ਪ੍ਰੋਡਕਟ ਲੈਣਾ ਪਊਗਾ। ਮੀਨਸ ਉਹਨੂੰ ਇੱਕ ਦੀ ਕੋਸਟ ਦੇ ਵਿੱਚ ਆਪਾਂ ਦੋ ਪ੍ਰੋਵਾਈਡ ਕਰਦੇ। ਡਿਸਪਲੇ ਐਂਡ ਐਡਵਰਟਾਈਜ਼ਿੰਗ ਅਲਾਊਂਸ, ਕਿ ਆਪਾਂ ਹੈ ਨਾ ਉਹਨੂੰ ਆਪਣੀ ਕੋਈ ਵੀ ਪ੍ਰੋਡਕਟ ਆ ਉਹਨੂੰ ਡਿਸਪਲੇ ਦੇ ਵਿੱਚ ਲਾ ਸਕਣ ਅਤੇ ਐਡਵਰਟਾਈਜ਼ ਕਰ ਸਕਣ। ਉਹ ਡੀਲਰ ਲਿਸਟ ਪ੍ਰਮੋਸ਼ਨ, ਕਿ ਆਪਾਂ ਡੀਲਰਸ ਨੂੰ ਪੈਸੇ ਦੇ ਕੇ ਕਿ ਤੁਸੀਂ ਜਾ ਕੇ ਪ੍ਰਮੋਸ਼ਨ ਕਰੋ ਸਾਡੀ ਮੈਡੀਕੇਸ਼ਨ ਦਾ ਜਾਂ ਸਾਡੇ ਪ੍ਰੋਡਕਟ ਦਾ, ਅਤੇ ਉਹਨਾਂ ਨੂੰ ਆਪਾਂ ਕੋਈ ਵੀ ਜਿਹੜੀ ਅਮਾਊਂਟ ਆ ਪ੍ਰੋਵਾਈਡ ਕਰ ਦਾਂਗੇ। ਪੁਸ਼ ਮਨੀਜ਼ ਹੋਣਗੇ, ਸੇਲ ਕੰਟੈਸਟ ਹੋਣਗੇ, ਐਡਵਰਟਾਈਜ਼ਿੰਗ ਮਟੀਰੀਅਲ ਯੂਜ਼ ਕਰਾਂਗੇ ਆਪਾਂ। ਕ੍ਰੈਡਿਟ ਫੈਸਿਲਿਟੀਜ਼, ਆਪਾਂ ਹੋਈ ਕਿ ਪਹਿਲਾਂ ਉਹਨਾਂ ਨੂੰ ਕਿ ਜਿਵੇਂ ਹੁਣ ਆਪਾਂ ਨੂੰ ਪਤਾ ਗਾ ਕਿ ਪਿਛਲੀ ਵਾਰ ਉਹਨੇ ਕਿੰਨੀ ਚੀਜ਼ ਲਈ ਸੀ, ਉਹ ਆਪਾਂ ਨੂੰ ਪੈਸੇ ਮੋੜੂਗਾ ਜਾਂ ਪੈਸੇ ਦੇ ਦੂਗਾ। ਟਰਸਟ ਦੇ ਬੇਸਿਸ 'ਤੇ ਆਪਾਂ ਨੂੰ ਕ੍ਰੈਡਿਟ ਫੈਸਿਲਿਟੀਜ਼ ਪ੍ਰੋਵਾਈਡ ਕਰ ਦਾਂਗੇ, ਕੂਪਨਸ ਪ੍ਰੋਵਾਈਡ ਕਰ ਦਾਂਗੇ। ਕਹਿੰਦੇ ਇਹਦੇ ਬੈਨੀਫਿਟਸ ਕੀ ਆ, ਨਵੇਂ ਕਸਟਮਰਸ ਆਉਣਗੇ, ਮਿਡਲ ਮੈਨ ਸਟਿਮੂਲੇਟ ਹੋਊਗਾ, ਜ਼ਿਆਦਾ ਆਪਣੇ ਕਨੈਕਸ਼ਨਸ ਬਣ ਜਾਣਗੇ। ਮੋਟੀਵੇਟਿੰਗ ਦਾ ਮੈਡੀਕਲ ਰਿਪਰੈਜ਼ੈਂਟੇਟਿਵਸ ਨੂੰ ਮੋਟੀਵੇਸ਼ਨ ਮਿਲੂਗੀ, ਮਤਲਬ MRs ਨੂੰ ਕੰਪੀਟੀਸ਼ਨ ਨੂੰ ਫੇਸ ਕਰਨ ਦੀ ਜਿਹੜੀ ਵੀ ਆਪਣੇ ਕੋਲ ਕੈਪੇਬਿਲਿਟੀ ਆ ਉਹ ਆ ਜਾਊਗੀ। ਐਕਸਟਰਾ ਬੈਨੀਫਿਟਸ ਮਿਲਣਗੇ। ਲੇਟੈਸਟ ਪ੍ਰੋਡਕਟਸ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਆ ਜਿਹੜੀ ਡਿਸਟਰੀਬਿਊਟ ਹੋ ਜੂਗੀ। ਲਿਮਿਟੇਸ਼ਨਸ ਕੀ ਹੋਣਗੀਆਂ, ਪ੍ਰਾਈਸ ਸੈਂਸਿਟੀਵਿਟੀ, ਪ੍ਰਾਈਸ ਮਤਲਬ ਹੁਣ ਆਪਾਂ ਜ਼ਿਆਦਾ ਅਟਰੈਕਟ ਕਰਨ ਲਈ ਕੀ ਹੋ ਸਕਦਾ, ਕੋਈ ਬੰਦਾ ਆਪਾਂ ਨੂੰ ਪ੍ਰਾਈਸ ਜ਼ਿਆਦਾ ਵੀ ਘਟਾਉਣਾ ਪੈ ਸਕਦਾ। ਕਈ ਵਾਰ ਕੀ ਹੁੰਦਾ, ਆਪਾਂ ਕੁਆਲਿਟੀ ਇਮੇਜ ਮੇ ਬਿਕਮ ਟਾਰਨਿਸ਼ਡ, ਕੀ ਆ ਕਿ ਜਦੋਂ ਆਪਾਂ ਆਪਣੀ ਪ੍ਰੋਡਕਟਸ ਦੀ ਸੇਲ ਬਾਰੇ ਸੋਚ ਰਹੇ ਹਾਂ ਤਾਂ ਆਪਣੀ ਜਿਹੜੀ ਇਮੇਜ ਆ ਉਹ ਕੀ ਆ, ਕੁਆਲਿਟੀ ਆ ਉਹ ਡਿਸਟਰੈਕਟ ਹੋ ਜੂਗੀ। ਮਰਚੈਂਡਿੰਗ ਸਪੋਰਟ ਫਰੋਮ ਡੀਲਰਸ ਇਜ਼ ਡਾਊਟਫੁਲ, ਆਪਾਂ ਨੂੰ ਨਹੀਂ ਪਤਾ ਕਿ ਜਿਹੜੇ ਡੀਲਰ ਆਪਾਂ ਲਈ ਆ ਉਹ ਹਮੇਸ਼ਾ ਆਪਾਂ ਨੂੰ ਸਪੋਰਟ ਆ ਜਿਹੜੀ ਉਹ ਪ੍ਰੋਵਾਈਡ ਕਰਨਗੇ। ਸ਼ਾਰਟ ਟਰਮ ਓਰੀਐਂਟੇਸ਼ਨ, ਐਜ਼ ਆਈ ਆਲਰੇਡੀ ਸੈਡ, ਇਹ ਬਹੁਤ ਛੋਟੇ ਟਾਈਮ ਲਈ ਹੈ ਜਿਹੜੀ ਅਵੇਲੇਬਿਲਿਟੀ ਹੁੰਦੀ ਆ। ਅਟਰੈਕਟਿੰਗ ਨਿਊ ਕਸਟਮਰਸ ਐਟ ਦ ਕਾਸਟ ਆਫ ਐਗਜ਼ਿਸਟਿੰਗ ਵਨਸ, ਆਪਣੇ ਕੋਲੇ ਕੀ ਜਿਹੜਾ ਪੈਸਾ ਗਾ ਉਹ ਤਾਂ ਜਿਹੜੇ ਪਹਿਲੇ ਉਹਨਾਂ ਤੋਂ ਆ ਰਿਹਾ, ਪਰ ਆਪਾਂ ਨਵੇਂ ਹੋਰ ਕਿੱਥੋਂ ਕਰਨੇ, ਜਿਹੜਾ ਆਪਾਂ ਪੁਰਾਣੇ ਤੋਂ ਬੈਨੀਫਿਟ ਲੈ ਰਹੇ ਹਾਂ ਉਹਦੇ ਵਿੱਚੋਂ। ਨੈਕਸਟ ਹੈਗਾ ਲੋਅਰ ਮਾਰਜਨਸ, ਬੈਨੀਫਿਟ ਦੀ ਜਿਹੜੀ ਰੇਸ਼ੋ ਬਹੁਤ ਘੱਟ ਆ ਕਿ ਜਦੋਂ ਆਪਾਂ ਕਸਟਮਰਸ ਜ਼ਿਆਦਾ ਅਟਰੈਕਟ ਕਰ ਲਈ ਫਿਰ ਤਾਂ ਹੋ ਸਕਦਾ, ਬਟ ਪਹਿਲਾਂ ਜਿਹੜਾ ਮਾਰਜਨ ਆ ਉਹ ਬਹੁਤ ਲੋ ਰੱਖਣਾ ਪੈਂਦਾ। ਸੋ ਅਕੋਰਡਿੰਗ ਟੂ ਇਹ ਚੈਪਟਰ ਕੀ ਆ, ਸੇਲ ਪ੍ਰਮੋਸ਼ਨ ਕੀ ਹੁੰਦਾ, ਜਿਹਦੇ 'ਚ ਕਿ ਇਨਫੋਰਮੇਸ਼ਨ ਪਰਸੂਏਸ਼ਨ ਅਤੇ ਇਨਫਲੂਐਂਸ ਹੁੰਦਾ। ਆਬਜੈਕਟਿਵਸ ਕੀ ਹੁੰਦੇ ਆ, ਫਿਜ਼ੀਸ਼ੀਅਨਸ ਨੂੰ ਫਾਰਮਾਸਿਊਟੀਕਲ ਪ੍ਰੋਡਕਟਸ ਆਪਾਂ ਟਰਾਈ ਕਰਾਉਣੇ ਆ, ਯੂਜ਼ ਨੂੰ ਵਧਾਉਣਾ ਆ ਪ੍ਰੋਡਕਟਸ ਨੂੰ। ਜਿਵੇਂ ਆਪਣੇ ਰੈਗੂਲਰ ਫਾਰਮਾਸਿਊਟੀਕਲ ਫਰਮਸ ਨੇ ਹੈ ਨਾ, ਉਹਨਾਂ ਦੇ ਕੰਪੀਟੀਸ਼ਨ 'ਚ ਆਪਾਂ ਇਨਕਰੀਜ਼ ਕਰਨਾ। ਸੇਮ ਪ੍ਰਿੰਸੀਪਲਸ ਨੇ ਕਿ ਆਪਾਂ ਕਿੱਦਾਂ ਕਰਨਾ। ਬੈਨੀਫਿਟਸ ਉਹੀ ਕਿ ਨਵੇਂ ਕਸਟਮਰ ਲੈ ਕੇ ਆਵਾਂਗੇ, ਮਿਡਲ ਮੈਨ ਸਟਿਮੂਲੇਟ ਹੋਊਗਾ, ਮੈਡੀਕਲ ਰਿਪਰੈਜ਼ੈਂਟੇਟਿਵਸ ਨੂੰ ਮੋਟੀਵੇਸ਼ਨ ਮਿਲੂਗੀ, ਕੰਪੀਟੀਸ਼ਨ ਫੇਸ ਕਰਾਂਗੇ ਦੀ ਹੈਲਪ, ਕੰਪੀਟੀਸ਼ਨ ਫੇਸ ਕਰਨ 'ਚ ਹੈਲਪ ਕਰੂਗਾ। ਐਕਸਟਰਾ ਬੈਨੀਫਿਟਸ ਮਿਲਣਗੇ, ਲੇਟੈਸਟ ਪ੍ਰੋਡਕਟਸ ਦੀ ਇਨਫੋਰਮੇਸ਼ਨ ਮਿਲੂਗੀ। ਲਿਮਿਟੇਸ਼ਨਸ ਹੋਣਗੀਆਂ, ਪ੍ਰਾਈਸ ਸੈਂਸਿਟੀਵਿਟੀ ਹੈ ਜਿਹੜੀ ਉਹ ਆ ਜੂਗੀ। ਇਮੇਜ ਆ ਜਿਹੜੀ ਉਹ ਖਰਾਬ ਹੋ ਸਕਦੀ ਆ। ਸਪੋਰਟ ਆ ਜਿਹੜੀ ਉਹ ਫॉर श्योर ਨਹੀਂ ਹੈਗੀ ਕਿ ਮਿਲੂਗੀ ਕਿ ਨਹੀਂ, ਸ਼ਾਰਟ ਟਰਮ ਆ, ਜ਼ਿਆਦਾ ਲੌਂਗ ਟਰਮ ਨਹੀਂ। ਨਵੇਂ ਕਸਟਮਰ ਜਿਹੜੇ ਉਹ ਅਟਰੈਕਟ ਕਰਨਾ ਥੋੜ੍ਹੇ ਟਫ ਹੋਊਗਾ, ਕਾਫੀ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਣਗੀਆਂ ਅਤੇ ਜਿਹੜੇ ਮਾਰਜਨ ਆ ਉਹ ਲੋ ਹੋ ਜਾਣਗੇ। ਸੋ ਦਿਸ ਇਜ਼ ਆਲ ਅਬਾਊਟ ਟੂਡੇਜ਼ ਲੈਕਚਰ।